Hello dear students, how are you? Today we are here to discuss passive voice. Passive voice of models. Passive voice ਕੀ ਹੈ? ਸਭ ਤੋਂ ਪਹਿਲਾਂ ਆਪਾਂ ਇਸ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਕਿ what is passive voice. Passive voice, active voice ਇਹ ਜਿਹੜੇ ਨੇ ਉਹ ਸਾਡੇ ਸਿਲੇਬਸ ਦਾ ਖਾਸ ਹਿੱਸਾ ਨੇ NCERT ਦੇ ਵਿੱਚ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਜਿੰਨੇ ਵੀ ਕਲਾਸਿਸ ਨੇ ਉਹਨਾਂ ਦਾ ਜਿਹੜਾ ਸਿਲੇਬਸ ਲੱਗਾ ਹੋਇਆ ਹੈ ਪ੍ਰਿਸਕ੍ਰਾਈਬ ਕੀਤਾ ਹੋਇਆ ਹੈ ਬੋਰਡ ਵੱਲੋਂ ਉਹਨਾਂ ਦੇ ਵਿੱਚ ਐਕਟਿਵ ਵਾਇਸ ਪੈਸਿਵ ਵਾਇਸ ਦਾ ਖਾਸ ਰੋਲ ਹੈ। ਇਸ ਤੋਂ ਇਲਾਵਾ ਕਾਲਜਸ ਦੇ ਵਿੱਚ ਵੀ ਜਿਹੜੇ ਕੋਰਸਿਸ ਚੱਲ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਇੰਗਲਿਸ਼ ਦਾ ਜਿਹੜਾ ਸਬਜੈਕਟ ਹੈ ਉਹਦੇ ਵਿੱਚ ਵੀ ਸਾਨੂੰ ਅਕਸਰ ਪੈਸਿਵ ਵਾਇਸ ਜਿਹੜੇ ਆ ਜਾਂ ਐਕਟਿਵ ਵਾਇਸ ਪੜ੍ਹਨ ਨੂੰ ਮਿਲਦੇ ਆ। ਸੋ ਸਭ ਤੋਂ ਪਹਿਲਾਂ ਆਪਾਂ ਇਹ ਸਮਝੀਏ ਕਿ ਐਕਟਿਵ ਵਾਇਸ ਤੇ ਪੈਸਿਵ ਵਾਇਸ ਕੀ ਹੈ, ਇਹਨਾਂ ਦੀ ਲੋੜ ਕਿਉਂ ਪੈਂਦੀ ਹੈ, ਇਹਦੀ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਵਰਤੋਂ ਹੁੰਦੀ ਹੈ, ਇਸ ਦਾ ਸਟਰਕਚਰ ਕੀ ਹੈ, ਇਸ ਦੀ ਬਣਤਰ ਕੀ ਹੈ, ਇਹ ਬਣਦਾ ਕਿਸ ਤਰ੍ਹਾਂ ਹੈ। ਸ਼ੁਰੂ ਤੋਂ ਜਿਹੜਾ ਵਾ ਪੈਸਿਵ ਵਾਇਸ ਦਾ ਜਿਹੜਾ ਪਹਿਲਾਂ ਆਪਾਂ ਗੱਲ ਕਰਾਂਗੇ ਮਾਡਲਸ ਦੀ, ਕਿਉਂਕਿ ਪੁਰਾਣੀਆਂ ਵੀਡੀਓਜ਼ ਦੇ ਵਿੱਚ ਇਨ ਦ ਪ੍ਰੀਵੀਅਸ ਵੀਡੀਓਜ਼ ਵੀ ਹੈਵ ਡਿਸਕਸਡ ਮਾਡਲਸ। ਸੋ ਜਿਹੜੇ ਉਹ ਮਾਡਲ ਡਿਸਕਸ ਕੀਤੇ ਆ ਮੈਂ ਚਾਹਾਂਗਾ ਕਿ ਨਾਲ ਦੀ ਨਾਲ ਆਪਾਂ ਉਹਨਾਂ ਦੇ ਪੈਸਿਵ ਵਾਇਸ ਵੀ ਕਰ ਲਈਏ, ਕਿਉਂਕਿ ਜਿਵੇਂ ਜਿਵੇਂ ਨਾਲ ਦੀ ਨਾਲ ਕਰੀ ਚੱਲਾਂਗੇ ਤਾਂ ਆਪਾਂ ਨੂੰ ਹੋਰ ਆਸਾਨੀ ਹੋਏਗੀ ਪੈਸਿਵ ਵਾਇਸ ਨੂੰ ਸਮਝਣ ਦੇ ਵਿੱਚ ਕਿ ਪੈਸਿਵ ਵਾਇਸ ਕੀ ਹੈ। ਇਸ ਤੋਂ ਇਲਾਵਾ ਜਦੋਂ ਆਪਾਂ ਅਗਲੀਆਂ ਵੀਡੀਓਜ਼ ਟੈਂਸਸ ਦੀਆਂ ਬਣਾਵਾਂਗੇ ਤਾਂ ਉਹਨਾਂ ਦੇ ਵਿੱਚ ਆਪਾਂ ਉਹ ਟੈਂਸਸ ਦੇ ਪੈਸਿਵ ਵਾਇਸ ਜਿਹੜੇ ਆ ਉਹ ਬਣਾਵਾਂਗੇ। ਸੋ ਜਿਹੜਾ ਮਾਡਲਸ ਦਾ ਪੈਸਿਵ ਵਾਇਸ ਹੈ ਇਹ ਬੜਾ ਈਜ਼ੀ ਹੈ, ਇਹਦੇ ਵਿੱਚ ਕੋਈ ਖਾਸ ਇੰਨੀ ਆਪਾਂ ਨੂੰ ਸਮਝਣ ਵਾਲੀ ਗੱਲ ਨਹੀਂ ਹੈ ਕਿ ਇਹ ਕਿਸ ਤਰ੍ਹਾਂ ਬਣਨਾ ਹੈ। ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਆਪਾਂ ਪੈਸਿਵ ਵਾਇਸ ਦੇ ਬਾਰੇ ਡਿਸਕਸ ਕਰੀਏ ਕਿ ਪੈਸਿਵ ਵਾਇਸ ਕੀ ਹੈ। ਜਿਹੜਾ ਐਕਟਿਵ ਵਾਇਸ ਹੈ ਉਹਦੇ ਵਿੱਚ ਹਮੇਸ਼ਾ ਜਿਹੜਾ ਐਕਸ਼ਨ ਹੈ ਉਹ ਕੰਸਨਟਰੇਟ ਹੁੰਦਾ ਹੈ ਸਬਜੈਕਟ ਦੇ ਉੱਪਰ ਕਿ ਕਿਸ ਬੰਦੇ ਨੇ ਕੰਮ ਕੀਤਾ ਹੈ, ਕਿਹੜਾ ਬੰਦਾ ਜਾ ਰਿਹਾ ਹੈ, ਕਿਹੜਾ ਬੰਦਾ ਖੇਡ ਰਿਹਾ ਹੈ, ਕਿਹੜਾ ਬੰਦਾ ਪੜ੍ਹਾ ਰਿਹਾ ਹੈ, ਕਿਹੜਾ ਬੰਦਾ ਖਾਣਾ ਖਾ ਰਿਹਾ ਹੈ, ਕੌਣ ਕੀ ਕਰ ਰਿਹਾ ਹੈ। ਪਰ ਜਿਹੜਾ ਪੈਸਿਵ ਵਾਇਸ ਹੈ ਇਹਦੇ ਵਿੱਚ ਇਸ ਦੇ ਉਲਟ ਆਪਾਂ ਸਬਜੈਕਟ ਨੂੰ ਨਾ ਤਰਜੀਹ ਦੇ ਕੇ ਪ੍ਰੈਫਰੈਂਸ ਦੇ ਕੇ ਸਗੋਂ ਵਰਬ ਨੂੰ ਤਰਜੀਹ ਦਿੰਦੇ ਹਾਂ ਕਿ ਕੀ ਕੀਤਾ ਜਾ ਰਿਹਾ ਹੈ, ਕੀ ਕੀਤਾ ਜਾ ਰਿਹਾ। ਜਿਵੇਂ ਚਾਹ ਪੀਤੀ ਜਾ ਰਹੀ ਹੈ, ਅਖਬਾਰ ਪੜ੍ਹੀ ਜਾ ਰਹੀ ਹੈ, ਸੱਚ ਬੋਲਿਆ ਜਾ ਰਿਹਾ ਹੈ। ਹੁਣ ਜਿਹੜੀ ਬੋਲੇ ਜਾ ਰਹੇ ਦੀ ਗੱਲ ਹੈ ਉਹ ਉੱਥੇ ਆਪਾਂ ਜਿਹੜਾ ਵਾ ਉਹ ਪੈਸਿਵ ਵਾਇਸ 'ਚ ਪੜ੍ਹਾਂਗੇ ਕਿ ਕੌਣ ਕਰ ਰਿਹਾ ਹੈ, ਇਹ ਛੱਡ ਕੇ ਕੀ ਹੋ ਰਿਹਾ ਹੈ, ਇਸ ਦੀ ਗੱਲ ਜਿਹੜੀ ਹੈ ਉਹ ਹਮੇਸ਼ਾ ਪੈਸਿਵ ਵਾਇਸ 'ਚ ਹੁੰਦੀ ਹੈ। ਐਕਟਿਵ ਵਾਇਸ ਜਿਹੜਾ ਹੈ ਉਹ ਸਬਜੈਕਟ ਦੀ ਗੱਲ ਕਰਦਾ ਹੈ ਕਿ ਸਬਜੈਕਟ ਕਰਨ ਵਾਲਾ ਹੈ, ਪਰ ਜਿਹੜਾ ਪੈਸਿਵ ਵਾਇਸ ਹੈ ਇਹਦੇ ਵਿੱਚ ਵਰਬ ਦੀ ਗੱਲ ਹੈ, ਇਹਦੇ ਵਿੱਚ ਐਕਸ਼ਨ ਦੀ ਗੱਲ ਹੈ ਕਿ ਆਹ ਕੰਮ ਹੋ ਰਿਹਾ ਹੈ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਮੋਟੀ ਜਿਹੀ ਕਨਫਿਊਜ਼ਨ ਹੈ ਉਹ ਦੂਰ ਹੋ ਗਈ ਹੋਏਗੀ ਵੀ ਇਹਨਾਂ ਦੋਵਾਂ ਦੇ ਵਿੱਚ ਫ਼ਰਕ ਕੀ ਹੈ। ਦੂਸਰਾ ਜਿਹੜਾ ਐਕਟਿਵ ਵਾਇਸ ਤੇ ਪੈਸਿਵ ਵਾਇਸ ਹੈ ਇਹਦੇ ਵਿੱਚ ਹਮੇਸ਼ਾ ਆਪਾਂ ਥਰਡ ਫਾਰਮ ਦੀ ਵਰਤੋਂ ਕਰਦੇ ਹਾਂ, ਇਹਦੇ ਵਿੱਚ ਫਸਟ ਜਾਂ ਸੈਕੰਡ ਫਾਰਮ ਦੀ ਵਰਤੋਂ ਨਹੀਂ ਹੁੰਦੀ, ਇਹਦੇ ਵਿੱਚ ਪ੍ਰੈਜ਼ੈਂਟ ਜਾਂ ਪਾਸਟ ਦੀ ਵਰਤੋਂ ਨਹੀਂ, ਪਾਸਟ ਪਾਰਟੀਸਿਪਲ ਦੀ ਵਰਤੋਂ ਹੁੰਦੀ ਹੈ। ਸੋ ਜਿੰਨੇ ਵੀ ਮਾਡਲਸ ਨੇ ਆਪਾਂ ਜਿਹੜੇ ਪਹਿਲਾਂ ਪੜ੍ਹ ਕੇ ਹਟੇ ਹਾਂ ਇਸ ਤੋਂ ਪਹਿਲਾਂ ਜਿਵੇਂ ਕੈਨ ਹੈ, ਕੁਡ ਹੈ, ਵਿਲ ਹੈ ਜਾਂ ਸ਼ੈਲ ਹੈ, ਸ਼ੁੱਡ ਹੈ, ਮੇ ਹੈ, ਮਾਈਟ ਹੈ ਵਗੈਰਾ ਵਗੈਰਾ, ਜਿੰਨੇ ਵੀ ਮਾਡਲਸ ਨੇ ਇਹਨਾਂ ਨੂੰ ਜਦੋਂ ਆਪਾਂ ਪੈਸਿਵ ਵਾਇਸ ਚੇਂਜ ਕਰਦੇ ਹਾਂ ਤਾਂ ਇਹਦਾ ਇੱਕ ਸੌਖਾ ਤਰੀਕਾ ਇਹ ਹੈ ਕਿ ਇਹਦੇ ਨਾਲ ਸਾਰਿਆਂ ਦੇ ਨਾਲ ਬੀ ਲੱਗ ਕੇ ਤੇ ਥਰਡ ਵਰਬ ਦੀ ਵਰਤੋਂ ਹੋਏਗੀ, ਵਰਬ ਦੀ ਥਰਡ ਫਾਰਮ ਦੀ ਵਰਤੋਂ ਹੋਏਗੀ। ਇਹਨਾਂ ਨਾਲ ਆਪਾਂ ਬੀ ਦੀ ਵਰਤੋਂ ਬੀ ਲਾ ਕੇ ਤੇ ਥਰਡ ਫਾਰਮ ਦੀ ਵਰਤੋਂ ਕਰਦੇ ਹਾਂ। ਜਿਸ ਤਰ੍ਹਾਂ ਆਈ ਕੈਨ ਡੂ ਦਿਸ ਵਰਕ ਕੈਨ ਬੀ ਡਨ ਬਾਏ ਮੀ। ਸੋ ਹੁਣ ਆਪਾਂ ਸਿੱਖਦੇ ਹਾਂ ਕਿ ਇਹਨਾਂ ਨੂੰ ਆਪਾਂ ਸੈਂਟੈਂਸਿਸ ਵਿੱਚ ਕਿਸ ਤਰ੍ਹਾਂ ਵਰਤਣਾ ਹੈ, ਇਸ ਨੂੰ ਸੈਂਟੈਂਸਿਸ ਵਿੱਚ ਆਪਾਂ ਕਿਵੇਂ ਯੂਜ਼ ਕਰਨਾ ਹੈ। ਹੁਣ ਆਪਾਂ ਇਸ ਦੀ ਫਾਰਮੇਸ਼ਨ ਦੀ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਐਕਟਿਵ ਵਾਇਸ ਦੇ ਵਿੱਚ ਸਬਜੈਕਟ ਆਉਂਦਾ ਹੈ, ਹੈਲਪਿੰਗ ਵਰਬ ਆਉਂਦਾ ਹੈ, ਵਰਬ ਆਉਂਦਾ ਹੈ, ਆਬਜੈਕਟ ਆਉਂਦਾ ਹੈ। ਜਦੋਂ ਪੈਸਿਵ ਵਾਇਸ ਚੇਂਜ ਕਰਾਂਗੇ ਆਪਾਂ ਤਾਂ ਫਿਰ ਇਹਦੇ ਕੁਝ ਹਿੱਸੇ ਬਦਲ ਜਾਣਗੇ। ਜਿਵੇਂ ਜਿਹੜਾ ਸਬਜੈਕਟ ਹੈ ਉਹ ਆਬਜੈਕਟ ਬਣ ਜਾਏਗਾ, ਜਿਹੜਾ ਆਬਜੈਕਟ ਹੈ ਉਹ ਸਬਜੈਕਟ ਬਣ ਜਾਏਗਾ ਹੈਲਪਿੰਗ ਵਰਬ ਦਾ, ਤੇ ਜਿਹੜਾ ਵਰਬ ਹੈ ਉਹ ਉਵੇਂ ਰਹੇਗਾ। ਹਮੇਸ਼ਾ ਤੁਸੀਂ ਇਹ ਯਾਦ ਰੱਖਣਾ ਹੈ ਕਿ ਚਾਹੇ ਐਕਟਿਵ ਵਾਇਸ ਵਿੱਚ ਕੋਈ ਵੀ ਵਰਬ ਦੀ ਫਾਰਮ ਹੋਵੇ, ਜਦੋਂ ਪੈਸਿਵ ਵਾਇਸ 'ਚ ਬਦਲੇਗੀ ਤਾਂ ਉਹ ਹਮੇਸ਼ਾ ਥਰਡ ਫਾਰਮ ਹੀ ਬਣੇਗੀ। ਪੈਸਿਵ ਵਾਇਸ ਦੇ ਵਿੱਚ ਹਮੇਸ਼ਾ ਤੁਸੀਂ ਅੱਖਾਂ ਮੀਟ ਕੇ ਥਰਡ ਫਾਰਮ ਹੀ ਲਾਉਣੀ ਹੈ। ਸੋ ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੈ। ਜਿਹੜਾ ਸਬਜੈਕਟ ਹੈ ਉਹ ਆਬਜੈਕਟ ਬਣ ਜਾਏਗਾ, ਜਿਹੜਾ ਆਬਜੈਕਟ ਹੈ ਉਹ ਸਬਜੈਕਟ ਦੇ ਰੂਪ ਵਿੱਚ ਆ ਜਾਏਗਾ, ਜਿਹੜਾ ਹੈਲਪਿੰਗ ਵਰਬ ਹੈ ਉਹ ਉਸੇ ਥਾਂ 'ਤੇ ਰਹੇਗਾ, ਸਬਜੈਕਟ ਤੋਂ ਬਾਅਦ ਆਏਗਾ, ਜਿਹੜਾ ਵਰਬ ਹੈ ਉਹ ਹੈਲਪਿੰਗ ਵਰਬ ਤੋਂ ਬਾਅਦ ਆਏਗਾ,
ਇਹ ਜਿਹੜਾ ਇਸ ਦਾ ਮੇਨ ਫਾਰਮੂਲਾ ਹੈ ਇਸ ਨੂੰ ਸਮਝਣ ਦਾ। ਜਿਵੇਂ ਆਪਾਂ ਹੁਣ ਇੱਕ ਐਗਜ਼ਾਮਪਲ ਲੈ ਕੇ ਸਮਝਦੇ ਇਸ ਨੂੰ, ਹੀ ਕੈਨ ਡੂ ਦਿਸ ਵਰਕ, ਹੀ ਕੈਨ ਡੂ ਦਿਸ ਵਰਕ, ਹੀ ਕੈਨ ਡੂ ਦਿਸ ਵਰਕ। ਹੁਣ ਜੇਕਰ ਆਪਾਂ ਇਸਨੂੰ ਚੇਂਜ ਕਰਾਂਗੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਤਾਂ ਫਿਰ ਜਿਹੜਾ ਦਿਸ ਵਰਕ ਹੈ ਉਹ ਇੱਕ ਆਬਜੈਕਟ ਹੈ, ਉਹ ਪਹਿਲਾਂ ਆਏਗਾ। ਦਿਸ ਵਰਕ ਕੈਨ ਦਾ ਕੈਨ ਆ ਗਿਆ, ਕਿਉਂਕਿ ਆਪਾਂ ਵੇਖਿਆ ਸੀਗਾ ਅੱਗੇ ਪੜ੍ਹਿਆ ਸੀਗਾ ਕਿ ਕੈਨ ਦੇ ਨਾਲ ਕੈਨ ਬੀ, ਕੁਡ ਨਾਲ ਕੁਡ ਬੀ, ਸ਼ੈਲ ਨਾਲ ਸ਼ੈਡ ਬੀ, ਸ਼ੈਲ ਬੀ, ਸ਼ੁੱਡ ਨਾਲ ਸ਼ੁੱਡ ਬੀ, ਵਿਲ ਨਾਲ ਵਿਲ ਬੀ, ਮੇ ਨਾਲ ਮੇ ਬੀ, ਮਾਈਟ ਨਾਲ ਮਾਈਟ ਬੀ। ਸੋ ਇੱਥੇ ਕੈਨ ਦਾ ਕੈਨ ਵੀ ਬਣ ਗਿਆ। ਦਿਸ ਵਰਕ ਕੈਨ ਬੀ ਡੂ, ਹੁਣ ਡੂ ਦੀ ਥਰਡ ਫਾਰਮ ਡਨ ਹੈ, ਡੂ ਡਿਡ ਡਨ। ਦਿਸ ਵਰਕ ਕੈਨ ਬੀ ਡਨ ਬਾਏ ਹਿਮ। ਸੋ ਇਹ ਉਸ ਫਾਰਮੂਲੇ ਦੇ ਅਕੋਰਡਿੰਗਲੀ ਆਪਾਂ ਇਸ ਨੂੰ ਤਿਆਰ ਕਰ ਲਿਆ ਕਿ ਸਬਜੈਕਟ ਹੈਲਪਿੰਗ ਵਰਬ ਵਰਬ ਆਬਜੈਕਟ, ਸਬਜੈਕਟ ਹੈਲਪਿੰਗ ਵਰਬ ਵਰਬ ਆਬਜੈਕਟ, ਸਬਜੈਕਟ ਹੈਲਪਿੰਗ ਵਰਬ ਵਰਬ ਆਬਜੈਕਟ ਜਿਹੜਾ ਚੇਂਜ ਹੋ ਗਿਆ। ਦਿਸ ਵਰਕ ਕੈਨ ਬੀ ਡਨ ਬਾਏ। ਹੁਣ ਆਪਾਂ ਕੁਝ ਹੋਰ ਐਗਜ਼ਾਮਪਲਸ ਲੈ ਕੇ ਦੇਖਦੇ ਹਾਂ, ਉਸ ਦੇ ਅਕੋਰਡਿੰਗਲੀ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਹੈਲਪਿੰਗ ਵਰਬ ਵਾਸਤੇ ਮਾਡਲਸ ਦੀ ਥਾਂ ਛੱਡੀ ਹੋਈ ਹੈ, ਉੱਥੇ ਇਹਦੇ ਵਿੱਚ ਆਪਾਂ ਕੋਈ ਵੀ ਮਾਡਲ ਜਿਹੜਾ ਵਾ ਉਸ ਨੂੰ ਫਿਟ ਕਰਕੇ ਆਪਾਂ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਸਪੋਜ਼ ਮੈਂ ਲਿਖਿਆ ਹੈ ਕਿ ਹੀ ਡੈਸ਼ ਸਿੰਗ ਅ ਸੌਂਗ, ਮੈਂ ਇੱਥੇ ਲਿਖਤਾ ਹੀ ਕੈਨ ਸਿੰਗ ਅ ਸੌਂਗ, ਤਾਂ ਫਿਰ ਇਹ ਕੀ ਬਣੇਗਾ, ਅ ਸੌਂਗ ਕੈਨ ਦਾ ਕੈਨ ਬੀ, ਸਿੰਗ ਦਾ ਸੰਗ। ਹੁਣ ਤੁਸੀਂ ਬੇਸ਼ੱਕ ਤੁਸੀਂ ਆਬਜੈਕਟ ਲਿਖਣਾ ਹੈ ਲਿਖੋ, ਨਹੀਂ ਲਿਖਣਾ ਰਹਿਣ ਦਿਓ, ਤੁਹਾਡੀ ਮਰਜ਼ੀ ਹੈ। ਬੇਸ਼ੱਕ ਤੁਸੀਂ ਲਿਖ ਸਕਦੇ ਹੋ ਬਾਏ ਹਰ, ਇਹ ਲਿਖੋ ਜਾਂ ਨਾ ਲਿਖੋ, ਹੁਣ ਇਸ ਦਾ ਕੋਈ ਖਾਸ ਯੋਗਦਾਨ ਨਹੀਂ ਹੈ, ਕਿਉਂਕਿ ਮੋਟੀ ਗੱਲ ਜਿਹੜੀ ਹੈ ਉਹ ਇਸ ਦੀ ਵਰਬ ਦੀ ਫਾਰਮ ਚੇਂਜ ਕਰਨ ਦੀ ਹੈ, ਕਿਉਂਕਿ ਪੈਸਿਵ ਵਾਇਸ ਦੇ ਵਿੱਚ ਆਪਾਂ ਹਮੇਸ਼ਾ ਵਰਬ ਦੇ ਉੱਪਰ ਹੀ ਜ਼ੋਰ ਦਿੰਦੇ ਹਾਂ, ਵਰਬ ਦੇ ਉੱਪਰ ਹੀ ਆਪਾਂ ਉਹਦੀ ਸਾਰੀ ਡਿਸਕਸ਼ਨ ਕਰਦੇ ਹਾਂ। ਸੋ ਵਰਬ ਦੀ ਗੱਲ ਆ ਗਈ ਹੈ। ਅ ਸੌਂਗ ਕੈਨ ਬੀ ਸੰਗ ਬਾਏ ਹਰ, ਲਿਖਣਾ ਲਿਖ ਲਓ, ਨਹੀਂ ਲਿਖਣਾ ਨਾ ਲਿਖੋ। ਅੱਛਾ, ਜੇਕਰ ਮੈਂ ਇੱਥੇ ਲਿਖ ਦਿਆਂ ਕੁਡ, ਸ਼ੀ ਕੁਡ ਸਿੰਗ ਏ ਸੌਂਗ, ਸੋ ਇੱਥੇ ਫਿਰ ਕੁਛ ਨਹੀਂ ਬਦਲੇਗਾ, ਇੱਥੇ ਆਪਾਂ ਕੁਡ ਲਾਵਾਂਗੇ। ਅ ਸੌਂਗ ਕੁਡ ਬੀ ਸੰਗ ਬਾਏ ਹਰ, ਬਾਕੀ ਸਾਰਾ ਸਟਰਕਚਰ ਸੇਮ ਰਹਿ ਗਿਆ, ਕਿਉਂਕਿ ਇਹ ਕੁਡ ਹੈ, ਇੱਥੇ ਕੁਡ ਆ ਗਿਆ। ਹੁਣ ਜੇਕਰ ਆਪਾਂ ਇਸ ਥਾਂ ਤੇ ਵਿਲ ਲਾ ਦਈਏ, ਸ਼ੀ ਵਿਲ ਸਿੰਗ ਅ ਸੌਂਗ, ਤਾਂ ਫਿਰ ਇੱਥੇ ਵੀ ਅ ਸੌਂਗ ਵਿਲ ਬੀ ਸੰਗ ਬਾਏ ਹਰ, ਕੋਈ ਚੇਂਜ ਨਹੀਂ ਹੋਈ, ਸਿਰਫ ਤੇ ਸਿਰਫ ਵਰਬ ਦਾ ਜਿਹੜਾ ਹੈਲਪਿੰਗ ਵਰਬ ਹੈ ਉਹ ਚੇਂਜ ਕੀਤਾ ਗਿਆ ਆਪਾਂ। ਅੱਛਾ ਚਲੋ ਵੀ ਹੁਣ ਅੱਗੇ ਆਪਾਂ, ਸ਼ੀ ਮੇ ਸਿੰਗ ਅ ਸੌਂਗ, ਅ ਸੌਂਗ ਮੇ ਬੀ ਸੰਗ ਬਾਏ ਹਰ, ਸਾਰਾ ਕੁਛ ਉਹੀ ਹੈ, ਸਿਰਫ ਤੇ ਸਿਰਫ ਆਪਾਂ ਜਿਹੜਾ ਇਹਦਾ ਹੈਲਪਿੰਗ ਵਰਬ ਹੈ, ਮਾਡਲ ਹੈ, ਉਸ ਨੂੰ ਚੇਂਜ ਕਰਕੇ ਤੇ ਆਪਾਂ ਜਿਹੜਾ ਹੈ ਉਹ ਪੈਸਿਵ ਵਾਇਸ ਵਿੱਚ ਬਦਲਤਾ ਹੈ। ਸੋ ਸਾਰੇ ਦੇ ਸਾਰੇ ਜਿੰਨੇ ਵੀ ਟੈਂਸਸ ਨੇ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਮਾਡਲਸ ਦੇ ਵਿੱਚ ਵੀ ਇਵੇਂ ਹੀ ਹੈ, ਜਿਵੇਂ ਹੈਜ਼ ਟੂ, ਹੈਵ ਟੂ, ਹੈਡ ਟੂ, ਵਿਲ ਹੈਵ ਟੂ, ਮੇ ਹੈਵ ਟੂ, ਇਜ਼ ਟੂ, ਐਮ ਟੂ, ਆਰ ਟੂ, ਵਾਸ ਟੂ, ਵਾਟ ਟੂ, ਉਹਨਾਂ ਸਾਰਿਆਂ ਦੇ ਵਿੱਚ ਆਪਾਂ ਬੀ ਲਾਉਣਾ ਹੈ। ਇਹਨਾਂ ਸਾਰਿਆਂ ਦੇ ਵਿੱਚ ਆਪਾਂ ਬੀ ਲਾ ਕੇ, ਜਿਵੇਂ ਹੈਜ਼ ਟੂ ਹੈ, ਹੈਜ਼ ਟੂ ਦਾ ਬਦਲ ਜਾਏਗਾ ਹੈਜ਼ ਟੂ ਬੀ। ਉਸ ਤੋਂ ਬਾਅਦ ਆਪਾਂ ਨੂੰ ਇਹ ਪਤਾ ਹੈ ਕਿ ਥਰਡ ਫਾਰਮ ਤੇ ਆਉਣੀ ਹੈ, ਹੈਜ਼ ਟੂ ਬੀ ਡਨ, ਹੈਜ਼ ਟੂ ਬੀ ਸੰਗ, ਹੈਜ਼ ਟੂ ਬੀ ਸੀਨ, ਹੈਜ਼ ਟੂ ਬੀ ਲੁਕਡ। ਕੋਈ ਵੀ ਜਿਹੜਾ ਤੁਸੀਂ ਕੁਝ ਕੰਮ ਕਰ ਰਹੇ ਹੋ, ਜੇਕਰ ਆਪਾਂ ਉਸਨੂੰ ਚੇਂਜ ਕਰਨਾ ਹੈ ਪੈਸਿਵ ਵਾਇਸ ਦੇ ਵਿੱਚ, ਤਾਂ ਆਪਾਂ ਉੱਥੇ ਜਿੰਨੇ ਮਾਡਲਸ ਨੇ, ਜਾਂ ਹੈਜ਼ ਟੂ, ਹੈਵ ਟੂ, ਹੈਡ ਟੂ, ਵਿਲ ਹੈਵ ਟੂ, ਮੇ ਹੈਵ ਟੂ ਹੈ, ਜਾਂ ਇਜ਼ ਟੂ, ਐਮ ਟੂ, ਆਰ ਟੂ, ਵਾਸ ਟੂ, ਵਾਟ ਟੂ ਹੈ, ਤਾਂ ਉਹਨਾਂ ਸਾਰਿਆਂ ਦੇ ਵਿੱਚ ਆਪਾਂ ਬੀ ਲਾ ਕੇ ਤੇ ਆਪਾਂ ਇਸ ਨੂੰ ਕੀ ਕੀਤਾ, ਚੇਂਜ ਕਰਤਾ। ਸੋ ਹੁਣ ਇੱਕ ਹੋਰ ਆਪਣੇ ਕੋਲ ਐਗਜ਼ਾਮਪਲ ਹੈ, ਆਪਾਂ ਉਸ ਐਗਜ਼ਾਮਪਲ ਦੀ ਗੱਲ ਕਰਦੇ ਹਾਂ। ਆਪਾਂ ਇੱਥੋਂ ਕਰਕੇ ਵੇਖਦੇ ਹਾਂ, ਜਿਵੇਂ ਵੀ ਡੈਸ਼ ਸਪੀਕ ਇੰਗਲਿਸ਼, ਅਸੀਂ ਅੰਗਰੇਜ਼ੀ ਬੋਲ ਸਕਦੇ ਹਾਂ, ਅਸੀਂ ਬੋਲ ਸਕੇ, ਅਸੀਂ ਅੰਗਰੇਜ਼ੀ ਬੋਲਾਂਗੇ, ਤਾਂ ਕੀ ਕਰਾਂਗੇ, ਵੀ ਵਿਲ ਸਪੀਕ ਇੰਗਲਿਸ਼, ਅਸੀਂ ਅੰਗਰੇਜ਼ੀ ਬੋਲਾਂਗੇ ਤਾਂ ਕੀ ਹੋਊਗਾ, ਇੰਗਲਿਸ਼ ਵਿਲ ਬੀ ਸਪੋਕਨ ਬਾਈ ਅਸ। ਹੁਣ ਜਿਹੜਾ ਇਹ ਮੇਨ ਆਪਣਾ ਸਬਜੈਕਟ ਸੀਗਾ, ਜਿਹੜਾ ਸਬਜੈਕਟ ਜਿਹੜਾ ਗੱਲ ਕਰਨ ਵਾਲਾ ਹੈ, ਉਸ ਦੀ ਇੱਥੇ ਆ ਕੇ ਹੋਂਦ ਖਤਮ ਹੋ ਗਈ ਹੈ। ਹੁਣ ਤੁਸੀਂ ਅੱਗੇ ਵੀ ਆਪਾਂ ਗੱਲ ਕੀਤੀ, ਤੁਸੀਂ ਬੇਸ਼ੱਕ ਇਸ ਨੂੰ ਨਾ ਵੀ ਲਗਾਓ ਤਾਂ ਤਦ ਵੀ ਜਿਹੜਾ ਹੈ ਉਹ ਸਾਡਾ ਗੁਜ਼ਾਰਾ ਹੈ, ਸਾਡੀ ਬਿਲਕੁਲ ਜਿਹੜੀ ਸਟਰਕਚਰ ਹੈ ਉਹ ਪੂਰਾ ਹੈ, ਉਹ ਕੁਛ ਅਧੂਰਾ ਨਹੀਂ ਹੈ। ਕਿਉਂਕਿ ਮੈਂ ਇੱਕ ਵਾਰ ਫਿਰ ਇਸ ਚੀਜ਼ ਨੂੰ ਦੁਹਰਾ ਦਿਆਂ ਕਿ ਇਹਦੇ ਵਿੱਚ ਪੈਸਿਵ ਵਾਇਸ ਦੇ ਵਿੱਚ ਸਬਜੈਕਟ ਮੁੱਖ ਨਹੀਂ ਹੁੰਦਾ,
ਪੈਸਿਵ ਵਾਇਸ ਦੇ ਵਿੱਚ ਹਮੇਸ਼ਾ ਵਰਬ ਮੁੱਖ ਹੈ, ਹਮੇਸ਼ਾ ਐਕਸ਼ਨ ਮੁੱਖ ਹੈ ਕਿ ਹੋ ਕੀ ਰਿਹਾ ਹੈ, ਕੌਣ ਕਰ ਰਿਹਾ ਹੈ ਡਜ਼ਨਟ ਮੈਟਰ, ਕੀ ਹੋ ਰਿਹਾ ਹੈ ਦ ਥਿੰਗ ਇਜ਼ ਦੈਟ ਮੈਟਰ। ਸੋ ਅੱਜ ਆਪਾਂ ਮਾਡਲ ਦੀ ਗੱਲ ਕੀਤੀ ਹੈ, ਮੈਨੂੰ ਆਸ ਹੈ ਕਿ ਤੁਸੀਂ ਇਸ ਦੀ ਪ੍ਰੈਕਟਿਸ ਕਰੋਗੇ। ਮੇਨ ਤਾਂ ਸਾਰਾ ਕੁਝ ਫਾਰਮੂਲੇ 'ਤੇ ਡਿਪੈਂਡ ਕਰਦਾ ਹੈ। ਬੇਸ਼ੱਕ ਆਪਾਂ ਇਹਦੇ 100 ਸੈਂਟੈਂਸਸ ਲਿਖ ਕੇ ਵੇਖ ਲਈਏ, 200 ਲਿਖ ਲਈਏ, ਜਦ ਤੱਕ ਤੁਸੀਂ ਆਪਣੇ ਤੌਰ ਤੇ ਪ੍ਰੈਕਟਿਸ ਨਹੀਂ ਕਰੋਗੇ ਤਦ ਤੱਕ ਇਸ ਦਾ ਜਿਹੜਾ ਹੈ ਉਹ ਤੁਹਾਨੂੰ ਸਮਝ ਨਹੀਂ ਆਏਗਾ। ਸੋ ਆਪ ਪ੍ਰੈਕਟਿਸ ਕਰਨੀ ਹੈ ਆਪਾਂ, ਜਿੰਨੀ ਜ਼ਿਆਦਾ ਤੁਸੀਂ ਆਪਣੇ ਤੌਰ ਤੇ ਪ੍ਰੈਕਟਿਸ ਕਰੋਗੇ ਉਨੀ ਤੁਹਾਨੂੰ ਇਸ ਚੀਜ਼ ਦੀ ਛੇਤੀ ਸਮਝ ਆਏਗੀ। ਹੁਣ ਆਪਾਂ ਮਾਡਲਸ ਪਹਿਲਾਂ ਕੀਤੇ ਨੇ, ਤੁਸੀਂ ਆਪਣੀਆਂ ਕਾਪੀਜ਼ ਲੈ ਕੇ ਮਾਡਲਸ ਵੇਖਣੇ ਨੇ। ਮਾਡਲਸ ਵੇਖਣ ਤੋਂ ਬਾਅਦ, ਉਹਨਾਂ ਨੂੰ ਪੜ੍ਹਨ ਤੋਂ ਬਾਅਦ, ਉਹਨਾਂ ਨੂੰ ਸੁਣਨ ਤੋਂ ਬਾਅਦ, ਉਹਨਾਂ ਨੂੰ ਰਿਵਾਈਜ਼ ਕਰਨ ਤੋਂ ਬਾਅਦ ਤੁਸੀਂ ਉਹਨਾਂ ਸੈਂਟੈਂਸਸ ਨੂੰ ਆਪਣੇ ਤੌਰ ਤੇ ਪੈਸਿਵ ਵਾਇਸ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਨੀ ਹੈ। ਸੋ ਥੈਂਕ ਯੂ ਵੈਰੀ ਮਚ।